ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਧੰਨ ਸ਼੍ਰੀ ਗੁਰੂ ਪਿਤਾ ਜੀ ਇੱਕ ਜਗਿਆਸੂ ਦੇ ਰੂਪ ਦੇ ਵਿੱਚ ਆਪਣੇ ਇਸ਼ਟ ਦੇ ਅੱਗੇ, ਆਪਣੇ ਗੁਰੂ ਦੇ ਅੱਗੇ ਬੇਨਤੀ ਕਰ ਰਹੇ ਹਨ। ਸਤਿਗੁਰੂ ਜੀ, ਮੈਂ ਅਨੰਤ ਜਨਮਾਂ ਤੋਂ ਫਿਰਦਾ ਆ ਰਿਹਾ, ਹੁਣ ਆਪ ਆਪਣੀ ਕਿਰਪਾ ਕਰ ਦਿਓ। ਮੇਰਾ ਜੋ ਅਨੰਤ ਜਨਮਾਂ ਦਾ ਇਹ ਫੇਰਾ ਹੈ, ਇਹ ਮੇਰਾ ਫੇਰਾ ਖਤਮ ਹੋ ਜਾਵੇ। ਇਸ ਲਈ ਮੈਨੂੰ ਆਪ ਜੀ ਆਪਣੀ ਭਗਤੀ ਵਿੱਚ ਲਾ ਲਵੋ। ਅਸੀਂ ਜੋ ਅਨੰਤ ਜਨਮਾਂ ਤੋਂ ਫੇਰੇ ਮਾਰ ਰਹੇ ਹਾਂ, ਸਾਨੂੰ ਜੋ ਇਹ ਫੇਰਾ ਪੈ ਰਿਹਾ ਏ, ਜੋ ਸਾਡੇ ਗੇੜੇ ਵੱਜ ਰਹੇ ਹਨ, ਵਾਰ-ਵਾਰ ਅਸੀਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੋ ਰੰਗਾ। ਜੋ ਅਨੰਤ ਜਨਮਾਂ ਤੋਂ ਕਦੀ ਅਸੀਂ ਸੱਪ ਦੀ ਜੂਨ ਵਿੱਚ ਆ ਗਏ, ਕਦੀ ਗਧੇ ਦੀ ਜੂਨ ਵਿੱਚ ਆ ਗਏ, ਕਦੀ ਅਸੀਂ ਮਨੁੱਖਾ ਦੇਹੀ ਵਿੱਚ ਆ ਗਏ। ਜੋ ਅਨੰਤ ਜਨਮਾਂ ਤੋਂ ਅਸੀਂ ਆ ਰਹੇ ਹਾਂ, ਜੋ ਅਸੀਂ ਗੇੜੇ ਮਾਰ ਰਹੇ ਹਾਂ ਅਨੰਤ ਜਨਮਾਂ ਤੋਂ, ਇਹ ਜਿੰਨੇ ਵੀ ਸਾਡੇ ਗੇੜੇ ਵੱਜ ਰਹੇ ਹਨ, ਇਸ ਗੇੜਿਆਂ ਦਾ ਮੁੱਖ ਕਾਰਨ ਹੈ ਸਾਡੇ ਮਨ ਦੇ ਅੰਦਰ ਜਿਹੜੀ ਵਾਸ਼ਨਾਵਾਂ ਹੈ। ਉਹ ਵਾਸ਼ਨਾਵਾਂ ਦਾ ਕਰਕੇ ਹੀ ਸਾਨੂੰ ਵਾਰ-ਵਾਰ ਇਸ ਮਾਤ ਲੋਕ ਤੇ ਕਦੀ 84 ਦੇ ਵਿੱਚ ਆਉਣਾ ਪੈਂਦਾ ਏ, ਕਦੇ ਮਨੁੱਖਾ ਦੇਹੀ ਸਾਨੂੰ ਮਿਲ ਜਾਂਦੀ ਹੈ। ਮਨੁੱਖਾ ਦੇਹੀ ਤੇ ਤਾਂ ਮਿਲਦੀ ਹੈ ਕਿ ਸਾਡੇ ਵਾਰ-ਵਾਰ ਜਿਹੜੇ ਗੇੜੇ ਪੈਂਦੇ ਹਨ ਇਹ ਖਤਮ ਹੋ ਜਾਣ, ਪਰ ਸੋਝੀ ਭੇਦ ਨਾ ਹੋਣ ਕਰਕੇ, ਗੁਰੂ ਨਾ ਮਿਲਣ ਕਰਕੇ ਇਹ ਸਾਡਾ ਜਿਹੜਾ ਗੇੜਾ ਹੈ ਇਹ ਮੁੱਕਦਾ ਨਹੀਂ। ਇਸ ਲਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿਤਾ ਨੇ ਇਸ ਸ਼ਲੋਕ ਦੇ ਅੰਦਰ ਆਪਣੇ ਇਸ਼ਟ ਅੱਗੇ ਬੇਨਤੀ ਕੀਤੀ ਹੈ, ਤੇ ਨਾਲ ਹੀ ਸਤਿਗੁਰੂ ਜੀ ਸਾਨੂੰ ਵੀ ਦੱਸ ਰਹੇ ਹਨ ਕਿ ਭਾਈ, ਅਸੀਂ ਬਹੁਤ ਜਨਮਾਂ ਤੋਂ ਫੇਰੇ ਮਾਰ ਰਹੇ ਹਾਂ, ਅਸੀਂ ਗੇੜੇ ਮਾਰ ਰਹੇ ਹਾਂ ਬਹੁਤ ਜਨਮਾਂ ਤੋਂ, ਪਰ ਸਾਡਾ ਇਹ ਗੇੜਾ ਮੁੱਕਦਾ ਨਹੀਂ। ਗੇੜਾ ਇਸ ਕਰਕੇ ਨਹੀਂ ਮੁੱਕਦਾ ਕਿਉਂਕਿ ਸਾਡੇ ਕੋਲ ਨਾ ਤੇ ਗੁਰੂ ਹੈ ਤੇ ਨਾ ਸਾਡੇ ਕੋਲ ਗੁਰੂ ਦੀ ਭਗਤੀ। ਜਦੋਂ ਅਸੀਂ ਗੁਰੂ ਵਾਲੇ ਨਹੀਂ, ਅਸੀਂ ਗੁਰੂ ਕੋਲ ਆ ਕੇ ਬੈਠਦੇ ਨਹੀਂ, ਸਾਡਾ ਕੋਈ ਗੁਰੂ ਨਹੀਂ ਹੈ, ਤੇ ਭਗਤੀ ਕਿੱਥੋਂ ਆਰੰਭ ਹੋ ਜਾਵੇਗੀ। ਗੁਰੂ ਨੇ ਤੇ ਭਗਤੀ ਵਿੱਚ ਲਾਉਣਾ ਹੈ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਭਗਤੀ ਵਿੱਚ ਤੇ ਗੁਰੂ ਨੇ ਲਾਉਣਾ ਹੈ, ਤੇ ਜਿੰਨੇ ਸਮੇਂ ਤੱਕ ਸਾਨੂੰ ਗੁਰੂ ਨਹੀਂ ਮਿਲਿਆ ਤੇ ਸਾਨੂੰ ਭਗਤੀ ਵਿੱਚ ਕੌਣ ਲਾਵੇ। ਇਸ ਲਈ ਇੱਕ ਜਗਿਆਸੂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਉਸ ਮਾਲਕ ਇਸ਼ਟ ਦੇ ਅੱਗੇ ਵੀ ਬੇਨਤੀ ਕਰ ਰਹੇ ਹਨ ਤੇ ਸਾਨੂੰ ਵੀ ਉਪਦੇਸ਼ ਕਰ ਰਹੇ ਹਨ। ਸਾਨੂੰ ਗੁਰੂ ਸਾਹਿਬ ਨੇ ਸਾਨੂੰ ਗਿਆਨ ਮਾਰਗ ਵੀ ਦਿੱਤਾ ਹੈ, ਤੇ ਗਿਆਨ ਮਾਰਗ ਦੇ ਨਾਲ ਸਾਨੂੰ ਭਗਤੀ ਮਾਰਗ ਵੀ ਦਿੱਤਾ ਹੈ। ਗਿਆਨ ਮਾਰਗ ਕੀ ਹੈ? ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਮੁਰਾਰੀ ਜੀਉ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦਾ ਗਿਆਨ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਪਾਵਨ ਸ੍ਰੀ ਗੁਰੂ ਬਾਣੀ ਅੰਮ੍ਰਿਤ ਰੂਪੀ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜੋ ਸਾਨੂੰ ਇਹ ਗਿਆਨ ਮਾਰਗ ਦਿੱਤਾ ਏ, ਇਸ ਗਿਆਨ ਮਾਰਗ ਨੂੰ ਅਪਣਾ ਕੇ ਹੀ ਅਸੀਂ ਭਗਤੀ ਵਿੱਚ ਲੱਗਣਾ ਹੈ। ਤਾਂ ਹੀ ਅਸੀਂ ਭਗਤੀ ਮਾਰਗ ਵਿੱਚ ਲੱਗਾਂਗੇ। ਇਸ ਲਈ ਧੰਨ ਗੁਰੂ ਪਿਤਾ ਨੇ ਸਾਨੂੰ ਗਿਆਨ ਮਾਰਗ ਦਿੱਤਾ, ਗਿਆਨ ਦਿੱਤਾ, ਤੇ ਹੁਣ ਸਾਨੂੰ ਭਗਤੀ ਵਿੱਚ ਵੀ ਲਾਉਣਗੇ ਜੇ ਆਪਾਂ ਗੁਰੂ ਕੋਲੋਂ ਭਗਤੀ ਮੰਗਾਂਗੇ। ਕਿਉਂਕਿ ਬੇਨਤੀ ਕਰਨੀ ਪੈਂਦੀ ਹੈ ਨਾ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਕਿ ਸਤਿਗੁਰੂ ਸਾਨੂੰ ਆਪਣੀ ਭਗਤੀ ਵਿੱਚ ਲਾ ਲਵੋ। ਗਿਆਨ ਮਾਰਗ ਤੇ ਸਾਨੂੰ ਮਿਲ ਗਿਆ ਏ, ਗਿਆਨ ਸਾਡੇ ਕੋਲ ਹੈ, ਸਿਰਫ ਹੁਣ ਸਾਡੇ ਕੋਲ ਭਗਤੀ ਨਹੀਂ ਹੈ। ਤੇ ਜਿੰਨੇ ਸਮੇਂ ਤੱਕ ਆਪਾਂ ਗੁਰੂ ਕੋਲੋਂ ਭਗਤੀ ਨਹੀਂ ਮੰਗਦੇ, ਅਸੀਂ ਭਗਤੀ ਵਿੱਚ ਲੱਗ ਨਹੀਂ ਜਾਂਦੇ, ਸਾਡਾ ਇਹ ਗੇੜਾ ਕਿਸ ਤਰ੍ਹਾਂ ਮੁੱਕੇ। ਸਾਡੇ ਇਹ ਜੋ ਵਾਰ-ਵਾਰ ਫੇਰੇ ਪੈਂਦੇ ਹਨ, ਫਿਰਤ ਫਿਰਤ ਪ੍ਰਭ ਆਇਆ, ਜੋ ਸਾਨੂੰ ਇਹ ਵਾਰ-ਵਾਰ ਫੇਰੇ ਪੈ ਰਹੇ ਹਨ, ਇਹ ਫੇਰਾ, ਇਹ ਗੇੜਾ ਖਤਮ ਕਿਸ ਤਰ੍ਹਾਂ ਹੋਵੇਗਾ। ਇਸ ਲਈ ਗੁਰੂ ਅੱਗੇ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ, ਕਿ ਆਪ ਨੇ ਸਾਡੇ ਤੇ ਵੱਡਾ ਪਰਉਪਕਾਰ ਕਰਕੇ ਸਾਨੂੰ, ਸੰਸਾਰ ਨੂੰ, ਸਮਾਜ ਨੂੰ, ਗੁਰਸਿੱਖਾਂ ਨੂੰ, ਸਮੂਹ ਸੰਸਾਰ ਨੂੰ, ਸਮੂਹ, ਕਿਉਂਕਿ ਬਾਣੀ ਸਾਂਝੀ ਹੈ ਨਾ। ਬ੍ਰਾਹਮਣ ਪੜ੍ਹੇ, ਖੱਤਰੀ ਪੜ੍ਹੇ, ਸ਼ੂਦਰ ਪੜ੍ਹੇ, ਵੈਸ਼ ਪੜ੍ਹੇ, ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਨਾ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੋ ਵਰਨਾ ਕੋ ਸਾਂਝਾ। ਸਤਿਗੁਰੂ ਜੋ ਆਪ ਨੇ ਸੰਸਾਰ ਦੇ ਭਲੇ ਵਾਸਤੇ ਸਾਨੂੰ ਗਿਆਨ ਮਾਰਗ ਦਿੱਤਾ ਏ, ਤੇ ਹੁਣ ਸਾਨੂੰ ਆਪਣੀ ਭਗਤੀ ਵਿੱਚ ਵੀ ਲਾ ਲਵੋ। ਕਿਉਂਕਿ ਭਗਤੀ ਕਰਾਂਗੇ ਨਾ, ਤੇ ਤਾਂ ਸਾਡੇ ਇਹ ਫੇਰੇ, ਇਹ ਗੇੜਾ ਖਤਮ ਹੋਣਾ ਹੈ। ਗੇੜਿਆਂ ਦਾ ਕਾਰਨ ਕੀ ਹੈ? ਧੰਨ ਗੁਰੂ ਪਿਤਾ ਨੇ ਬਾਣੀ ਵਿੱਚ ਆਖਿਆ ਏ, ਸਾਡਾ ਇਹ ਜਿਹੜਾ ਗੇੜਾ ਪੈਂਦਾ ਹੈ ਨਾ ਵਾਰ-ਵਾਰ, ਜੋ ਅਸੀਂ ਜਨਮ ਮਰਨ ਦੇ ਗੇੜਿਆਂ ਵਿੱਚ ਆ ਰਹੇ ਹਾਂ, ਜੋ ਸਾਨੂੰ ਫੇਰੇ ਪੈਂਦੇ ਹਨ, ਇਸ ਗੇੜਿਆਂ ਦਾ ਜਿਹੜਾ ਮੁੱਖ ਕਾਰਨ, ਵੱਡਾ ਕਾਰਨ ਹੈ ਨਾ, ਉਹ ਹੈ ਵਾਸ਼ਨਾਵਾਂ। ਵਾਸ਼ਨਾਵਾਂ ਕਿਹਨੂੰ ਆਖਦੇ ਹਨ? ਵਾਸ਼ਨਾਵਾਂ ਆਖਦੇ ਹਨ ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ। ਵਾਸ਼ਨਾਵਾਂ ਦਾ ਕਾਰਨ ਹੈ ਸਾਡੀਆਂ ਇੱਛਾਵਾਂ, ਸਾਡੀਆਂ ਆਸਾਂ, ਤੇ ਇਹਨਾਂ ਇੱਛਾਵਾਂ ਕਰਕੇ, ਇਹਨਾਂ ਆਸਾਂ ਕਰਕੇ ਸਾਨੂੰ ਵਾਰ-ਵਾਰ ਗੇੜੇ ਪੈਂਦੇ ਹਨ। ਵਾਸ਼ਨਾਵਾਂ ਦੇ ਵਿੱਚ ਕੀ ਹੈ? ਵਾਸ਼ਨਾਵਾਂ ਦੇ ਵਿੱਚ ਹੈ ਹਉਮੈ, ਵਾਸ਼ਨਾਵਾਂ ਦੇ ਵਿੱਚ ਹੈ ਭੁੱਖ, ਤ੍ਰਿਸ਼ਨਾ ਦੀ ਭੁੱਖ, ਵਾਸ਼ਨਾਵਾਂ ਦੇ ਵਿੱਚ ਜਲਨ, ਇਹਨੂੰ ਵਾਸ਼ਨਾਵਾਂ ਆਖਦੇ ਹਨ। ਵਾਸ਼ਨਾਵਾਂ ਜਲਨ ਨੂੰ ਆਖਦੇ ਹਨ, ਵਾਸ਼ਨਾਵਾਂ ਆਖਦੇ ਹਨ ਭੁੱਖ ਨੂੰ, ਤ੍ਰਿਸ਼ਨਾ ਦੀ ਭੁੱਖ। ਵਾਸ਼ਨਾਵਾਂ ਆਖਦੇ ਹਨ ਸੂਖਮ ਹਉਮੈ, ਇਜ਼ ਵੈਰੀ ਸਟਰੋਂਗ, ਐਂਗਰੀ, ਜਲਨ, ਜੈਲਸ ਤੇ ਈਗੋ। ਇਹ ਜੋ ਈਗੋ, ਜੈਲਸ ਤੇ ਐਂਗਰੀ, ਆਸਾ, ਮਨਸਾ, ਤ੍ਰਿਸ਼ਨਾ, ਇਹੀ ਸਾਡੀਆਂ ਵਾਸ਼ਨਾਵਾਂ ਹਨ। ਤੇ ਵਾਸ਼ਨਾਵਾਂ ਦੇ ਕਰਕੇ ਤੇ ਸਾਨੂੰ ਵਾਰ-ਵਾਰ ਗੇੜੇ ਪੈਂਦੇ ਹਨ। ਤੇ ਇਹਨਾਂ ਗੇੜਿਆਂ ਤੋਂ ਸਾਨੂੰ ਸਿਰਫ ਸਤਿਗੁਰੂ ਹੀ ਬਚਾ ਸਕਦਾ ਹੈ, ਕਿਉਂਕਿ ਸਤਿਗੁਰ ਨੇ ਸਾਨੂੰ ਆਪਣੀ ਭਗਤੀ ਵਿੱਚ ਲਾਉਣਾ ਹੈ। ਜਦੋਂ ਸਤਿਗੁਰੂ ਸਾਨੂੰ ਆਪਣੀ ਭਗਤੀ ਵਿੱਚ ਲਾ ਲੈਣਗੇ, ਤੇ ਸਾਡੇ ਮਨ ਵਿੱਚੋਂ ਇਹ ਵਾਸ਼ਨਾਵਾਂ ਤਾਂ ਖਤਮ ਹੋਵੇਗੀ। ਜੋ ਵਾਸ਼ਨਾਵਾਂ ਦਾ ਅੰਦਰ ਕਚਰਾ ਪਿਆ ਏ, ਵਾਸ਼ਨਾਵਾਂ ਦਾ, ਜੋ ਵਾਸ਼ਨਾਵਾਂ ਦੀ ਅੰਦਰ ਸਾਡੇ ਅੰਦਰ ਮੈਲ ਇਕੱਠੀ ਹੋਈ ਹੈ ਅਨੰਤ ਜਨਮਾਂ ਦੀ,
ਉਪਾਸਨਾ ਤੋਂ ਬਿਨਾਂ ਇਹ ਮੈਲ ਜਾਵੇਗੀ ਨਹੀਂ। ਉਪਾਸਨਾ ਆਖਦੇ ਹਨ ਭਗਤੀ ਕਰਨ। ਉਪਾਸਨਾ, ਭਗਤੀ ਨੂੰ ਆਪਾਂ ਉਪਾਸਨਾਵਾਂ ਵੀ ਆਖ ਦਿੰਦੇ ਹਾਂ। ਭਗਤੀ ਨੂੰ ਸਿਮਰਨ ਵੀ ਆਖਿਆ ਜਾਂਦਾ ਹੈ। ਭਗਤੀ ਨੂੰ ਸਮਾਧੀ ਵੀ ਆਖਿਆ ਜਾਂਦਾ ਹੈ। ਭਗਤੀ ਨੂੰ ਨਿਤਨੇਮ ਵੀ ਆਖਿਆ ਜਾਂਦਾ ਹੈ। ਭਗਤੀ ਨੂੰ ਕਿੰਨੇ ਨਾਂ ਦਿੱਤੇ ਗਏ, ਉਪਾਸਨਾਵਾਂ ਵੀ ਆਖਦੇ ਹਨ। ਆਪਾਂ ਆਖਦੇ ਹਾਂ ਉਹਨੂੰ ਆਰਾਧਨਾ ਹੈ, ਉਹਨੂੰ ਧਿਆਉਣਾ ਹੈ। ਇਹ ਸਾਰਾ ਕੁਝ ਭਗਤੀ ਹੈ। ਉਹਨੂੰ ਆਰਾਧਨਾ, ਉਹਦੀ ਪੂਜਾ ਕਰਨੀ, ਉਹਦਾ ਧਿਆਨ ਕਰਨਾ, ਉਹਦੀ ਸੇਵਾ ਕਰਨੀ, ਉਹਦੇ ਕੋਲ ਆ ਕੇ ਬੈਠਣਾ, ਉਹਦੀ ਬਾਣੀ ਪੜ੍ਹਨੀ, ਉਹਦਾ ਜਸ ਸੁਣਨਾ, ਕੀਰਤਨ ਕਰਨਾ ਜਾਂ ਸੁਣਨਾ, ਕਥਾ ਕਰਨੀ ਜਾਂ ਸੁਣਨੀ, ਪਾਠ ਕਰਨਾ ਜਾਂ ਸੁਣਨਾ, ਇਹ ਸਾਰਾ ਕੁਝ ਭਗਤੀ ਹੈ, ਸਾਰਾ ਕੁਝ। ਤੇ ਜਿੰਨੇ ਸਮੇਂ ਤੱਕ ਅਸੀਂ ਉਪਾਸਨਾ ਨਹੀਂ ਕਰਦੇ ਆਪਣੇ ਇਸ਼ਟ ਦੀ, ਓਨੇ ਸਮੇਂ ਤੱਕ ਇਹ ਵਾਸ਼ਨਾਵਾਂ ਦੀ ਜਿਹੜੀ ਮੈਲ ਹੈ ਇਹ ਸਾਡੇ ਮਨ ਵਿੱਚੋਂ ਨਿਕਲੇਗੀ ਨਹੀਂ। ਤੇ ਵਾਸ਼ਨਾਵਾਂ ਕਰਕੇ ਤੇ ਸਾਨੂੰ ਗੇੜੇ ਪੈ ਰਹੇ ਹਨ। ਤੇ ਜਿਸ ਦਿਨ ਅਸੀਂ ਆਪਣੇ ਗੁਰੂ ਦੀ ਉਪਾਸਨਾਵਾਂ ਕਰਾਂਗੇ ਨਾ, ਤੇ ਗੁਰੂ ਦੀ ਉਪਾਸਨਾ ਨੇ, ਇਸ਼ਟ ਦੀ ਉਪਾਸਨਾ ਨੇ, ਇਸ਼ਟ ਦੀ ਭਗਤੀ ਨੇ ਸਾਡੇ ਅੰਦਰੋਂ ਵਾਸ਼ਨਾਵਾਂ ਨੂੰ ਬਾਹਰ ਕੱਢ ਦੇਣਾ ਹੈ ਤੇ ਸਾਡੇ ਮਨ ਵਿੱਚ ਦੂਜੇ ਖਿਆਲ ਭਰ ਦੇਣੇ ਹਨ। ਦੂਜੇ ਖਿਆਲ ਭਰ ਕਿਹੜੇ ਦੇਣੇ ਹਨ? ਉਹ ਖਿਆਲ ਹਨ ਗੁਰੂ ਦੇ, ਗੁਰੂ ਦੇ ਖਿਆਲ ਭਰ ਦੇਣੇ ਹਨ। ਹੁਣ ਅਸੀਂ ਆਪਣੇ ਗੁਰੂ ਦਾ ਧਿਆਨ ਕਰਾਂਗੇ। ਹੁਣ ਸਾਡੇ ਮਨ ਵਿੱਚ ਸੰਸਾਰ ਦਾ ਧਿਆਨ, ਮੋਹ ਮਾਇਆ ਦਾ ਧਿਆਨ, ਤੇ ਜਿਸ ਦਿਨ ਗੁਰੂ ਨੇ ਸਾਨੂੰ ਆਪਣੀ ਭਗਤੀ ਵਿੱਚ ਲਾ ਲਿਆ, ਉਸ ਦਿਨ ਗੁਰੂ ਦਾ ਧਿਆਨ ਹੋ ਜਾਵੇਗਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਉਸ ਦਿਨ ਅਸੀਂ ਗੁਰੂ ਦਾ ਧਿਆਨ ਕਰਾਂਗੇ। ਤੇ ਜਦੋਂ ਅਸੀਂ ਗੁਰੂ ਦਾ ਧਿਆਨ ਕਰਾਂਗੇ ਫਿਰ ਗੁਰੂ ਦੇ ਲੋਕ ਦੇ ਵਿੱਚ ਜਾਵਾਂਗੇ, ਜਿਹੜਾ ਗੁਰੂ ਦਾ ਲੋਕ ਹੈ। ਹੁਣ ਅਸੀਂ ਆਪਣੇ ਬੱਚਿਆਂ ਦਾ ਧਿਆਨ ਕਰਦੇ ਹਾਂ ਨਾ, ਅਨੰਤ ਜਨਮਾਂ ਤੋਂ ਅਸੀਂ ਆਪਣੇ ਬੱਚਿਆਂ ਦਾ, ਮਾਤਾ ਪਿਤਾ ਦਾ ਧਿਆਨ ਕਰਦੇ ਹਾਂ। ਤੇ ਸਾਡੇ ਬੱਚੇ, ਸਾਡੇ ਰਿਸ਼ਤੇਦਾਰ, ਇਹ ਸਾਡੇ ਧਿਆਨ ਦੇ ਵਿੱਚ ਇੰਨਾ ਪੱਕਾ ਹੋ ਚੁੱਕੇ ਹਨ ਕਿ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਉਹੀ ਘੁੰਮਦੇ ਹਨ। ਉਹਨਾਂ ਨੂੰ ਇੰਨਾ ਆਪਾਂ ਯਾਦ ਕਰਦੇ ਹਾਂ ਕਿ ਉਹ ਸਾਡੇ ਸੁਪਨਿਆਂ ਦੇ ਵਿੱਚ ਵੀ ਆਉਂਦੇ ਹਨ। ਸੁਪਨਿਆਂ ਦੇ ਵਿੱਚ ਸਾਡੇ ਬੱਚੇ। ਹੁਣ ਆਪਾਂ ਅੱਖਾਂ ਬੰਦ ਕਰਾਂਗੇ ਤੇ ਜਿਹਨੂੰ ਅਸੀਂ ਯਾਦ ਕੀਤਾ ਉਹਦੀ ਸ਼ਕਲ ਇੱਕਦਮ ਸਾਡੇ ਸਾਹਮਣੇ ਆ ਜਾਵੇਗੀ, ਕਿਉਂਕਿ ਉਹ ਸਾਡੇ ਅੰਤਿਸ਼ਕਰਨ ਦੇ ਵਿੱਚ, ਸਾਡੇ ਧਿਆਨ ਦੇ ਵਿੱਚ ਇੰਨਾ ਬੈਠੇ ਹਨ। ਸਾਡੇ ਬੱਚੇ ਯਾਦ ਕਰਦਿਆਂ ਸਾਰ ਇੱਕਦਮ ਨਾਮ ਲਾਵਾਂਗੇ ਨਾ, ਉਸੇ ਵੇਲੇ ਉਹਦੀ ਸ਼ਕਲ ਸਾਡੇ ਸਾਹਮਣੇ ਆ ਜਾਣੀ ਹੈ। ਤੇ ਜੇ ਰਾਤ ਨੂੰ ਸੁੱਤਿਆਂ, ਸੌਣ ਤੋਂ ਪਹਿਲਾਂ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਕਰੋਗੇ, ਉਹਨਾਂ ਦੀਆਂ ਵਿਚਾਰਾਂ ਕਰੋਗੇ, ਤੇ ਸੁਪਨਿਆਂ ਦੇ ਵਿੱਚ ਵੀ ਤੁਹਾਨੂੰ ਉਹ ਆਣ ਕੇ ਮਿਲਣਗੇ। ਸੁਪਨਿਆਂ ਦੇ ਵਿੱਚ ਵੀ ਅਸੀਂ ਆਖਦੇ ਹਾਂ ਅੱਜ ਮੈਨੂੰ ਸੁਪਨੇ ਵਿੱਚ ਆਪਣਾ ਬੱਚਾ ਮਿਲਿਆ, ਕੋਈ ਆਖਦਾ ਅੱਜ ਸੁਪਨੇ ਵਿੱਚ ਮੈਨੂੰ ਸਾਡੇ ਪਿੱਤਰ ਮਿਲੇ, ਮੇਰਾ ਦਾਦਾ ਮਿਲਿਆ, ਮੇਰੀ ਦਾਦੀ ਮਿਲੀ, ਮੇਰਾ ਪਿਤਾ ਮਿਲਿਆ, ਕਿਉਂਕਿ ਅਸੀਂ ਉਹਨਾਂ ਦਾ ਧਿਆਨ ਕਰਦੇ ਹਾਂ, ਸੰਸਾਰ ਦਾ। ਤੇ ਇਹੀ ਵਾਸ਼ਨਾ ਹੈ। ਤੇ ਜਿਸ ਦਿਨ ਅਸੀਂ ਗੁਰੂ ਦਾ ਧਿਆਨ ਕਰਾਂਗੇ, ਜਿਸ ਦਿਨ ਗੁਰੂ ਦਾ ਧਿਆਨ ਕਰਾਂਗੇ ਨਾ, ਤੇ ਫਿਰ ਗੁਰੂ ਨੇ ਸਾਨੂੰ ਸੁਪਨੇ ਵਿੱਚ ਵੀ ਦਰਸ਼ਨ ਦੇਣੇ ਹਨ। ਗੁਰੂ ਦੀ ਫਿਰ ਮੂਰਤ ਸਾਡੇ ਸਾਹਮਣੇ ਆ ਜਾਵੇਗੀ ਜਿਸ ਦਿਨ ਗੁਰੂ ਦਾ ਧਿਆਨ ਕਰਾਂਗੇ। ਤੇ ਜਦੋਂ ਗੁਰੂ ਦਾ ਧਿਆਨ ਹੋ ਜਾਵੇਗਾ ਫਿਰ ਗੁਰੂ ਦੇ ਲੋਕ ਦੀ ਸਾਨੂੰ ਪ੍ਰਾਪਤੀ ਹੋਵੇਗੀ। ਗੁਰੂ ਦੇ ਲੋਕ ਦੀ ਵੱਖ-ਵੱਖ ਲੋਕ ਆਪਣੇ ਇਸ਼ਟ ਦਾ ਧਿਆਨ ਕਰਦੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਗੁਰੂ ਨਾਨਕ ਦਾ ਧਿਆਨ ਕਰਦੇ ਹਾਂ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਕਰਦੇ ਹਾਂ, ਕਿਉਂਕਿ ਸਾਡਾ ਇਸ਼ਟ ਇਹੀ ਹੈ। ਇਸ ਤਰ੍ਹਾਂ 10 ਗੁਰੂਆਂ ਤੋਂ ਪਹਿਲਾਂ ਜਿਹੜੇ ਪਹਿਲਾਂ ਅਵਤਾਰ ਆ ਚੁੱਕੇ ਹਨ, ਕੋਈ ਰਾਮ ਨੂੰ ਮੰਨਦਾ ਹੈ, ਕੋਈ ਉਹਦਾ ਧਿਆਨ ਕਰਦਾ ਹੈ, ਕੋਈ ਕ੍ਰਿਸ਼ਨ ਨੂੰ ਮੰਨਦਾ ਹੈ, ਕੋਈ ਉਹਦਾ ਧਿਆਨ ਕਰਦਾ ਹੈ। ਜਿਹਦਾ ਕੋਈ ਧਿਆਨ ਕਰੇਗਾ ਉਹ ਉਹਦੇ ਲੋਕ ਦੇ ਵਿੱਚ ਜਾਵੇਗਾ।
ਵਿਸ਼ਨੂੰ ਲੋਕ, ਸ਼ਿਵ ਲੋਕ, ਬ੍ਰਹਮਾ ਲੋਕ, ਇਹ ਜਿਹੜਾ ਵੀ ਉਹਨਾਂ ਦੀ ਉਪਾਸਨਾ ਕਰਦਾ ਹੈ ਉਹਨਾਂ ਦੇ ਲੋਕ ਵਿਕ ਜਾਵੇਗਾ। ਹੁਣ ਜੇ ਅਸੀਂ ਆਪਣੇ ਸਤਿਗੁਰ ਦਾ ਧਿਆਨ ਕਰਾਂਗੇ ਤੇ ਫਿਰ ਅਸੀਂ ਆਪਣੇ ਸਤਿਗੁਰ ਦੇ ਲੋਕ ਵਿਕ ਜਾਵਾਂਗੇ। ਸਤਿਗੁਰ ਦਾ ਲੋਕ ਕਿਹੜਾ ਹੈ? ਸੱਚਖੰਡ। ਫਿਰ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ, ਮੌਤ ਤੋਂ ਬਾਅਦ ਨਹੀਂ। ਜੀਂਦਿਆਂ ਜੀ, ਜੀਂਦਿਆਂ ਜੀ ਸਾਨੂੰ ਉਸ ਲੋਕ ਦੀ ਪ੍ਰਾਪਤੀ ਹੋ ਜਾਵੇਗੀ। ਜੀਵਤ ਮਰੀਐ ਭਉ ਜਲ ਤਰੀਐ। ਜੀਂਦਿਆਂ ਜੀ ਉਸ ਮਾਲਕ ਨੂੰ ਪਾਉਣਾ ਹੈ। ਜੀਂਦਿਆਂ ਜੀ ਉਸ ਮਾਲਕ ਦੇ ਲੋਕ ਵਿਕ ਜਾਣਾ ਹੈ, ਆਪਣੇ ਸਤਿਗੁਰ ਦੇ ਦੇਸ਼ ਵਿਕ ਜਾਣਾ ਹੈ। ਨਿਰੰਕਾਰ ਕੀ ਦੇਸ ਜਾਹੇ ਤਾਂ ਸੁਖ ਲਹਿ ਹੈ ਮਹਲ। ਸਤਿਗੁਰ ਨੇ ਆਖਿਆ ਜੀਂਦਿਆਂ ਜੀ ਸਤਿਗੁਰ ਦੇ ਦੇਸ਼ ਵਿਕ ਜਾਣਾ ਹੈ। ਜੀਂਦਿਆਂ ਜੀ, ਜੀਂਦਿਆਂ ਜੀ ਪਰਮਾਤਮਾ ਨੂੰ ਵੇਖਣਾ ਹੈ, ਮੌਤ ਤੋਂ ਬਾਅਦ ਨਹੀਂ। ਮੌਤ ਤੋਂ ਬਾਅਦ ਕੋਈ ਦੱਸ ਸਕਦਾ ਹੈ ਕਿ ਮੈਂ ਸੱਚਖੰਡ ਵੇਖਿਆ, ਮੈਂ ਸੱਚਖੰਡ ਗਿਆ? ਮੌਤ ਤੋਂ ਬਾਅਦ ਤੇ ਸਿਰਫ ਫਿਲਾਸਫੀਆਂ ਰਹਿ ਜਾਂਦੀਆਂ ਹਨ, ਉਦਾਹਰਨਾਂ, ਕਿ ਫਲਾਣਾ ਬੰਦਾ ਸੱਚਖੰਡ ਦਾ ਵਾਸੀ ਹੈ, ਫਲਾਣਾ ਬੰਦਾ ਸਵਰਗਪੁਰੀ ਦਾ ਵਾਸੀ ਹੈ। ਭਾਵੇਂ ਨਾਮ ਜਪਿਆ ਹੋਵੇ, ਭਾਵੇਂ ਨਾ ਜਪਿਆ ਹੋਵੇ, ਆਪਾਂ ਤੇ ਲਿਖਾ ਹੀ ਦੇਣਾ ਹੈ ਥੱਲੇ, ਫੋਟੋ ਥੱਲੇ, ਕਿ ਸੱਚਖੰਡ ਵਾਸੀ ਜਾਂ ਸਵਰਗ ਵਾਸੀ। ਭਾਵੇਂ ਨਾਮ ਜਪਿਆ ਹੋਵੇ, ਭਾਵੇਂ ਨਾਮ ਜਪਿਆ ਹੋਵੇ, ਆਪਾਂ ਕਹਿ ਦੇਣਾ ਜੀ ਤੁਹਾਡੇ ਦਰ ਘਰ ਦਾ ਸੇਵਕ, ਇਹਨੂੰ ਹੁਣ ਸੱਚਖੰਡ ਲੈ ਜਾਓ। ਪਰ ਇੱਦਾਂ ਨੇ, ਗੁਰੂ ਸਾਹਿਬ ਨਹੀਂ ਇਸ ਗੱਲ ਨੂੰ ਮੰਨਦੇ। ਗੁਰੂ ਸਾਹਿਬ ਆਖਦੇ ਹਨ ਪਹਿਲਾਂ ਨਾਮ ਜਪੋ, ਨਾਮ ਜਪ ਕੇ ਖੁਦ ਵੇਖੋ ਸੱਚਖੰਡ ਨੂੰ, ਤੁਹਾਡੇ ਅੰਦਰ ਹੀ ਤੇ ਰਹਿੰਦਾ ਹੈ ਮਾਲਕ ਪਰਮੇਸ਼ਰ, ਤੁਸੀਂ ਉਹਨੂੰ ਪਾਉਣਾ ਹੈ। ਕਬੀਰ ਸਾਹਿਬ ਨੇ ਬਾਣੀ ਵਿੱਚ ਆਖਿਆ ਆਪਣੀ ਕਿ ਮੈਂ ਭਾਈ ਉਹਨੂੰ ਵੇਖਿਆ ਏ, ਮੈਂ ਸੁਣ ਕੇ ਨਹੀਂ ਕਹਿ ਰਿਹਾ, ਮੈਂ ਉਹਨੂੰ ਵੇਖਿਆ ਏ, ਪ੍ਰਤੱਖ ਵੇਖ ਕੇ ਤੇ ਫਿਰ ਤੁਹਾਨੂੰ ਦੱਸਦਾ ਪਿਆ। ਕਬੀਰ ਸਾਹਿਬ ਦੇ ਸ਼ਲੋਕ ਪੜ੍ਹਿਆ ਕਰੋ। ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਵਿੱਚ, ਆਪਣੀ ਬਾਣੀ ਵਿੱਚ ਬਹੁਤ ਖੁਲਾਸਾ ਕੀਤਾ ਹੈ ਭਗਤੀ ਦਾ। ਕਬੀਰ ਸਾਹਿਬ ਨੇ ਇੱਕ ਗ੍ਰੰਥ ਲਿਖਿਆ ਜਿਹਦਾ ਨਾਮ ਹੈ ਅਨੁਰਾਗ ਸਾਗਰ। ਅਨੁਰਾਗ ਸਾਗਰ ਦੇ ਵਿੱਚ ਕਬੀਰ ਸਾਹਿਬ ਨੇ ਭਗਤੀ ਦੇ ਬਹੁਤ ਜ਼ਿਆਦਾ ਖੁਲਾਸੇ ਕੀਤੇ ਹਨ ਕਿ ਪਰਮਾਤਮਾ ਕਿੱਥੇ ਹੈ, ਕਿੱਥੇ ਰਹਿੰਦਾ ਏ, ਉਹਦਾ ਦੇਸ਼ ਕਿਸ ਤਰ੍ਹਾਂ ਦਾ ਹੈ, ਰਸਤੇ ਵਿੱਚ ਕਿਹੜੇ ਕਿਹੜੇ ਪੜਾਅ ਆਉਂਦੇ ਹਨ, ਕਾਲ ਦਾ ਦੇਸ਼ ਕਿਸ ਤਰ੍ਹਾਂ ਦਾ ਹੈ, ਮਾਇਆ ਦਾ ਦੇਸ਼ ਕਿਸ ਤਰ੍ਹਾਂ ਦਾ ਹੈ। ਅਨੁਰਾਗ ਸਾਗਰ ਪੋਥੀ, ਇਹਦੇ ਟੀਕੇ ਵੀ ਤੁਹਾਨੂੰ ਮਿਲ ਜਾਣਗੇ ਕਬੀਰ ਪੰਥੀਆਂ ਦੇ ਕੋਲੋਂ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਸਾਨੂੰ ਭਗਤੀ ਦੇ ਬਾਰੇ ਸਮਝਾ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ, ਸਾਰੀ ਬਾਣੀ ਦਾ ਇਹੀ ਯਤਨ ਹੈ ਕਿ ਗੁਰ ਸਿੱਖ ਭਗਤੀ ਦੇ ਵਿੱਚ ਲੱਗ ਜਾਣ, ਉਹਦੇ ਨਾਮ ਦੇ ਨਾਲ ਜੁੜ ਜਾਣ। ਨਾਮ ਨਾਲ ਜੁੜ ਜਾਣਗੇ ਤੇ ਇਹ ਜੋ ਸਾਨੂੰ ਵਾਰ-ਵਾਰ ਫੇਰੇ ਪੈਂਦੇ ਹਨ, ਇਹ ਜਿੰਨੇ ਵੀ ਫੇਰੇ ਹਨ ਇਹ ਖਤਮ ਹੋ ਜਾਣਗੇ ਜੀ। ਸੋ ਧੰਨ ਸ਼੍ਰੀ ਗੁਰੂ ਪਿਤਾ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹੀ ਸਾਨੂੰ ਬਚਨ ਆਖਿਆ ਹੈ, 84 ਸਿੱਧ ਬੁੱਧ 33 ਕੋਟ ਮੁਨ ਜਨ, ਸਭ ਚਾਹ ਹੈ ਹਰਿ ਜੀਉ ਤੇਰੋ ਨਾਉ। ਸਤਿਗੁਰੂ ਆਖਦੇ ਹਨ, ਵੇਖੋ ਜਿਹੜੇ 84 ਸਿੱਧ ਹਨ ਤੇ 33 ਕੋਟ ਦੇਵੀ ਦੇਵਤਾ ਤੇ ਜਿੰਨੇ ਵੀ ਗੰਧਰਵ ਹਨ, ਰਿਖੀ ਹਨ, ਸਾਰੇ ਮਾਲਕ ਦੀ ਭਗਤੀ ਮੰਗਦੇ ਹਨ, ਪਰ ਇਹਨਾਂ ਨੂੰ ਮਿਲਦੀ ਨਹੀਂ। ਕਿਉਂਕਿ ਭਗਤੀ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਸਿਰਫ ਮਨੁੱਖਾ ਦੇਹ ਨੂੰ ਹੈ। ਮਨੁੱਖਾ ਦੇਹੀ ਵਿੱਚ ਆ ਕੇ ਆਪਾਂ ਭਗਤੀ ਕਰ ਸਕਦੇ ਹਾਂ। ਤੇ ਸਤਿਗੁਰੂ ਆਖਦੇ ਹਨ 33 ਕੋਟ ਦੇਵੀ ਦੇਵਤਾ ਵੀ ਭਗਤੀ ਲੋਚਦਾ ਹੈ। 33 ਕੋਟ, ਇਸ ਅੱਖਰ ਨੂੰ ਲੈ ਕੇ ਕਈਆਂ ਨੂੰ ਭਰਮ ਪੈ ਗਿਆ। ਕੋਈ ਆਖਦਾ 33 ਕਰੋੜ ਦੇਵੀ ਦੇਵਤਾ ਹੈ। ਨਹੀਂ, 33 ਕਰੋੜ ਦੇਵੀ ਦੇਵਤਾ ਨਹੀਂ ਹੈ। ਹਿੰਦੁਸਤਾਨ ਦੀ ਗਿਣਤੀ ਕਿੰਨੀ ਹੈ, ਆਬਾਦੀ ਕਿੰਨੀ ਹੈ ਆਪਣੇ ਦੇਸ਼ ਦੀ? ਆਪਣੇ ਦੇਸ਼ ਦੀ ਆਬਾਦੀ ਵੱਧ ਤੋਂ ਵੱਧ 4 ਜਾਂ 5 ਕਰੋੜ ਹੋਵੇਗੀ, ਜਾਂ 6 ਕਰੋੜ ਲਾ ਲਓ। ਤੇ ਮਨੁੱਖਾਂ ਤੋਂ ਵੱਧ ਤੇ ਉਹ ਫਿਰ ਦੇਵੀ ਦੇਵਤੇ ਹੋ ਗਏ।
ਮਨੁੱਖਾਂ ਤੋਂ ਜ਼ਿਆਦਾ ਹੋ ਗਏ। ਇਸ ਲਈ ਇਹ ਜਿਹੜਾ ਭੁਲੇਖਾ ਇਹ ਗਲਤ ਸਾਨੂੰ ਪਾਇਆ ਗਿਆ। 33 ਕਰੋੜ ਕੋਈ ਦੇਵੀ ਦੇਵਤਾ ਨਹੀਂ ਹੁੰਦਾ। ਅਸਲ ਵਿੱਚ ਇਹ ਇੱਕ ਗਿਣਤੀ ਹੈ। 33 ਕੋਟ, ਕੋਟ ਆਖਦੇ ਹਨ ਪ੍ਰਕਾਰ ਨੂੰ। ਇਹਨਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਹਨ ਦੇਵੀ ਦੇਵਤਿਆਂ ਦੀਆਂ। ਇਹਦਾ ਖੁਲਾਸਾ ਕਿਤੇ ਬਾਅਦ ਵਿੱਚ ਕਰਾਂਗੇ ਕਿ 33 ਕੋਟ ਦੇਵੀ ਦੇਵਤਾ ਕਿਹੜਾ ਹੈ। ਗੁਰੂ ਕਿਰਪਾ ਕਰੇਗਾ ਤੇ ਇਹਦਾ ਖੁਲਾਸਾ ਕਰਾਂਗੇ। ਅੱਜ ਆਪਾਂ ਇੰਨਾ ਹੀ ਸੁਣਨਾ ਹੈ ਕਿ ਸਾਰੇ ਮਾਲਕ ਦੀ ਭਗਤੀ ਮੰਗਦੇ ਹਨ, ਪਰ ਭਗਤੀ ਕਰਨ ਦਾ ਜਿਹੜਾ ਅਧਿਕਾਰ ਮਿਲਿਆ ਏ ਉਹ ਮਨੁੱਖਾ ਦੇਹ ਨੂੰ ਪ੍ਰਾਪਤ ਹੋਇਆ ਹੈ ਜੀ।